ਕਿਸੇ ਨੇ ਬੜੇ ਹੀ ਕਮਾਲ ਦੀ ਗੱਲ ਕਹੀ ਹੈ, ਦੁਨੀਆ 'ਚ ਸਭ ਤੋਂ ਕੀਮਤੀ ਚੀਜ਼ ਸਿਰਫ ਅਤੇ ਸਿਰਫ ਮੌਜੂਦਾ ਸਮਾਂ ਹੈ, ਕਿਉਂਕਿ ਇਸ ਨੂੰ ਇੱਕ ਵਾਰ ਗਵਾ ਕੇ ਅਸੀਂ ਦੁਬਾਰਾ ਹਾਸਿਲ ਨਹੀਂ ਕਰ ਸਕਦੇ। ਤਾਂ ਇਸੇ ਵਿਚਾਰ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਮੋਸਟ ਇੰਪੋਰਟੈਂਟ ਕਰੰਟ ਅਫੇਅਰ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਲਰਨ ਗੇਟ ਵਿੱਚ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਮੋਸਟ ਇੰਪੋਰਟੈਂਟ ਕਰੰਟ ਅਫੇਅਰ। क्वेश्चन नंबर 1 है, भारतीय रिजर्व बैंक आरबीआई ने किस ਨੂੰ यूनिटी स्मॉल फाइनेंस बैंक ਦਾ ਅਧਿਕਸ਼ ਨਿਯੁਕਤ ਕੀਤਾ ਹੈ? ਤਾਂ ਕਿਸ ਨੂੰ ਨਿਯੁਕਤ ਕੀਤਾ ਹੈ? ਆਪਸ਼ਨ ਨੰਬਰ ਡੀ ਵਿਨੋਦ ਰਾਏ ਇਸ ਦਾ ਰਾਈਟ ਆਨਸਰ ਹੈ। ਇਹਦੇ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਵੀ ਆਪਾਂ ਜਾਣ ਲੈਣੇ ਆ। ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ यूनिटी स्मॉल फाइनेंस बैंक ਦੇ ਅਧਿਕਸ਼ ਵਿਨੋਦ ਰਾਏ ਨੂੰ ਨਿਯੁਕਤ ਕੀਤਾ ਹੈ। ਵਿਨੋਦ ਰਾਏ ਸੀਏਜੀ ਦੇ ਮੁੱਖ ਕੰਟਰੋਲਰ ਹਨ। ਵਿਨੋਦ ਰਾਏ ਕੌਣ ਹਨ? ਇਹ ਸੀਏਜੀ ਦੇ ਮੁੱਖ ਕੰਟਰੋਲਰ ਹਨ। ਇਹਨਾਂ ਨੂੰ ਕੀ ਨਿਯੁਕਤ ਕੀਤਾ ਹੈ? ਆਰਬੀਆਈ ਨੇ यूनिटी स्मॉल फाइनेंस बैंक ਦਾ ਨਵਾਂ ਅਧਿਕਸ਼। ਤਾਂ ਇਸ ਕੁਐਸਚਨ ਵਿੱਚ ਹੁਣ ਕੀ ਆਇਆ ਹੈ? ਆਰਬੀਆਈ ਭਾਰਤੀ ਰਿਜ਼ਰਵ ਬੈਂਕ। ਤਾਂ ਭਾਰਤੀ ਰਿਜ਼ਰਵ ਬੈਂਕ ਦੀ ਇੰਪੋਰਟੈਂਟ ਇਨਫੋਰਮੇਸ਼ਨ ਵੀ ਆਪਾਂ ਲੈ ਲੈਂਦੇ ਆ। ਭਾਰਤ ਵਿੱਚ ਜਿੰਨੇ ਵੀ ਬੈਂਕ ਹੁੰਦੇ ਹਨ ਉਹਨਾਂ ਨੂੰ ਕੌਣ ਰੈਗੂਲੇਟ ਕਰਤਾ ਹੈ? ਆਰਬੀਆਈ ਰੈਗੂਲੇਟ ਕਰਤਾ ਹੈ। ਆਰਬੀਆਈ ਦਾ ਫੁੱਲ ਫਾਰਮ ਰਿਜ਼ਰਵ ਬੈਂਕ ਆਫ ਇੰਡੀਆ ਹੈ। ਆਰਬੀਆਈ ਦੀ ਸਥਾਪਨਾ 1 ਅਪ੍ਰੈਲ 1935 ਨੂੰ ਹੋਈ ਸੀ। ਕਦੋਂ ਹੋਈ ਸੀ ਇਸ ਦੀ ਸਥਾਪਨਾ? 1 ਅਪ੍ਰੈਲ 1935 ਨੂੰ। ਆਰਬੀਆਈ ਬੈਂਕ ਦੀ ਸਥਾਪਨਾ ਕਿਸ ਅਧਿਨਿਯਮ ਦੇ ਤਹਿਤ ਹੋਈ ਹੈ? ਤਾਂ ਕਿਸ ਅਧਿਨਿਯਮ ਦੇ ਤਹਿਤ ਹੋਈ ਹੈ? ਭਾਰਤੀ ਰਿਜ਼ਰਵ ਬੈਂਕ ਅਧਿਨਿਯਮ 1934 ਦੇ ਤਹਿਤ ਆਰਬੀਆਈ ਦੀ ਸਥਾਪਨਾ ਹੋਈ ਹੈ। ਬੈਂਕਾਂ ਦਾ ਬੈਂਕ ਕਿਸ ਨੂੰ ਕਿਹਾ ਜਾਂਦਾ ਹੈ? ਆਰਬੀਆਈ ਨੂੰ ਕਿਹਾ ਜਾਂਦਾ ਹੈ। ਭਾਰਤੀ ਰਿਜ਼ਰਵ ਬੈਂਕ ਆਰਬੀਆਈ ਦਾ ਰਾਸ਼ਟਰੀਕਰਨ ਕਦੋਂ ਹੋਇਆ ਸੀ? 1 ਜਨਵਰੀ 1949 ਨੂੰ। ਇਸ ਦਾ ਹੈੱਡ ਆਫਿਸ ਕਿੱਥੇ ਹੈ? ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿੱਚ ਇਸ ਦਾ ਹੈੱਡ ਆਫਿਸ ਹੈ। ਆਰਬੀਆਈ ਦੇ ਗਵਰਨਰ ਕੌਣ ਹਨ? ਸ਼ਸ਼ੀਕਾਂਤ ਦਾਸ। ਆਰਬੀਆਈ ਦੇ ਗਵਰਨਰ ਸ਼ਸ਼ੀਕਾਂਤ ਦਾਸ ਹਨ। ਵਰਤਮਾਨ ਵਿੱਚ ਆਰਬੀਆਈ ਦੇ 4 ਡਿਪਟੀ ਗਵਰਨਰ ਕੌਣ ਹਨ? ਟੀ ਰਵਿਸ਼ੰਕਰ, ਮਹੇਸ਼ ਕੁਮਾਰ ਜੈਨ, ਮਾਈਕਲ ਪਾਤਰ ਤੇ ਐਮ ਰਾਜੇਸ਼ਵਰ ਰਾਓ ਇਸ ਦੇ 4 ਡਿਪਟੀ ਗਵਰਨਰ ਹਨ। ਭਾਰਤੀ ਰਿਜ਼ਰਵ ਬੈਂਕ ਆਰਬੀਆਈ ਦੇ ਪਹਿਲੇ ਅੰਗਰੇਜ਼ ਗਵਰਨਰ ਕੌਣ ਸੀ? ਸਰ ਆਉਸਬੋਰਨ। ਸਰ ਆਉਸਬੋਰਨ ਇਸ ਦੇ ਪਹਿਲੇ ਅੰਗਰੇਜ਼ ਗਵਰਨਰ ਸੀ। ਭਾਰਤੀ ਰਿਜ਼ਰਵ ਬੈਂਕ ਆਰਬੀਆਈ ਦੇ ਪਹਿਲੇ ਭਾਰਤੀ ਗਵਰਨਰ ਕੌਣ ਸੀ? ਸੀ ਡੀ ਦੇਸ਼ਮੁਖ ਇਸ ਦੇ ਪਹਿਲੇ ਭਾਰਤੀ ਗਵਰਨਰ ਸੀ। ਭਾਰਤੀ ਰਿਜ਼ਰਵ ਬੈਂਕ ਆਰਬੀਆਈ ਦੇ ਪ੍ਰਤੀਕ ਚਿੰਨ੍ਹ ਵਿੱਚ ਕਿਸ ਚਿੱਤਰ ਨੂੰ ਅੰਕਿਤ ਕੀਤਾ ਗਿਆ ਹੈ? ਤਾਂ ਕਿਸ ਦੇ ਚਿੱਤਰ ਨੂੰ ਅੰਕਿਤ ਕੀਤਾ ਗਿਆ ਹੈ? ਰਾਇਲ ਬੰਗਾਲ ਟਾਈਗਰ ਤੇ ਤਾੜ ਦਾ ਦਰਖਤ ਨੂੰ ਅੰਕਿਤ ਕੀਤਾ ਗਿਆ ਹੈ। ਆਰਬੀਆਈ ਦੇ ਪ੍ਰਤੀਕ ਚਿੰਨ੍ਹ ਵਿੱਚ ਕਿਸ ਦੇ ਚਿੱਤਰ ਨੂੰ ਅੰਕਿਤ ਕੀਤਾ ਗਿਆ ਹੈ? ਰਾਇਲ ਬੰਗਾਲ ਟਾਈਗਰ ਤੇ ਤਾੜ ਦੇ ਦਰਖਤ ਨੂੰ। ਆਰਬੀਆਈ ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ ਕੌਣ ਕਰਦਾ ਹੈ? ਆਰਬੀਆਈ ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ ਪ੍ਰਧਾਨ ਮੰਤਰੀ ਕਰਦਾ ਹੈ। ਔਰ ਕਿਸ ਦੀ ਸਲਾਹ ਤੇ? ਵਿੱਤ ਮੰਤਰੀ ਦੀ ਸਲਾਹ ਤੇ। ਸ਼ੁਰੂਆਤ ਵਿੱਚ ਆਰਬੀਆਈ ਦਾ ਕਾਰਜਕਾਲ ਕੇਂਦਰ ਕਿੱਥੇ ਸਥਾਪਿਤ ਕੀਤਾ ਗਿਆ ਸੀ? ਤਾਂ ਕਿੱਥੇ ਸਥਾਪਿਤ ਕੀਤਾ ਗਿਆ ਸੀ? ਕੋਲਕਾਤਾ ਵਿੱਚ ਸਥਾਪਿਤ ਕੀਤਾ ਗਿਆ ਸੀ। ਆਰਬੀਆਈ ਕਿਸ ਸਾਲ ਵਿੱਚ ਕਾਰਜਕਾਲ ਕੇਂਦਰ ਨੂੰ ਸਥਾਈ ਰੂਪ ਵਿੱਚ ਮੁੰਬਈ ਵਿੱਚ ਸਥਾਪਿਤ ਕਰ ਦਿੱਤਾ ਗਿਆ? ਤਾਂ ਕਿਸ ਸਾਲ ਵਿੱਚ ਇਹਨੂੰ ਮੁੰਬਈ ਵਿੱਚ ਸਥਾਪਿਤ ਕੀਤਾ ਗਿਆ ਸੀ? 1937। 1937 ਤੋਂ ਹੁਣ ਤੱਕ ਇਸ ਦਾ ਜੋ ਹੈ ਹੈੱਡ ਆਫਿਸ ਉਹ ਮੁੰਬਈ ਵਿੱਚ ਹੀ ਹੈ। ਤਾਂ ਅੱਗੇ ਵਧਦੇ ਹਾਂ। ਕੁਐਸਚਨ ਨੰਬਰ 2, ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਕਿਸ ਸ਼ਬਦ ਨੂੰ 2021 ਦਾ ਚਿਲਡਰਨ ਵਰਡ ਆਫ ਦਾ ਈਅਰ ਚੁਣਿਆ ਹੈ? ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਕਿਸ ਸ਼ਬਦ ਨੂੰ ਸਾਲ 2021 ਵਿੱਚ ਚਿਲਡਰਨ ਵਰਡ ਆਫ ਦਾ ਈਅਰ ਚੁਣਿਆ ਹੈ? ਤਾਂ ਕਿਸ ਨੂੰ ਚੁਣਿਆ ਹੈ? ਆਪਸ਼ਨ ਏ ਐਨੈਕਜ਼ਾਈਟੀ ਇਸ ਦਾ ਰਾਈਟ ਆਨਸਰ ਹੈ। ਐਨੈਕਜ਼ਾਈਟੀ ਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਸਾਲ 2021 ਦਾ ਚਿਲਡਰਨ ਵਰਡ ਆਫ ਦਾ ਈਅਰ ਚੁਣਿਆ ਹੈ। ਇਹਦੀ ਇੰਪੋਰਟੈਂਟ ਜਾਣਕਾਰੀ ਵੀ ਆਪਾਂ ਲੈ ਲੈਂਦੇ ਹਾਂ। ਆਕਸਫੋਰਡ ਯੂਨੀਵਰਸਿਟੀ ਪ੍ਰੈਸ OUP ਨੇ ਆਪਣੇ ਸ਼ੋਧ ਦੇ ਆਧਾਰ ਤੇ ਚਿੰਤਾ ਐਨੈਕਜ਼ਾਈਟੀ ਨੂੰ ਸਾਲ 2021 ਦੇ ਚਿਲਡਰਨ ਵਰਡ ਆਫ ਦਾ ਈਅਰ ਦੇ ਰੂਪ ਵਿੱਚ ਚੁਣਿਆ ਹੈ। ਇਸ ਕੁਐਸਚਨ ਵਿੱਚ ਆਪਾਂ ਕੀ ਜਾਣਿਆ? ਸ਼ਬਦਾਂ ਬਾਰੇ। ਤਾਂ ਟੌਪ ਦੇ ਜੋ 5 ਸ਼ਬਦ ਹੈ ਉਹਨਾਂ ਬਾਰੇ ਵੀ ਆਪਾਂ ਜਾਣ ਲੈਂਦੇ ਹਨ। ਕੈਂਬਰਿਜ ਡਿਕਸ਼ਨਰੀ ਨੇ 2021 ਦਾ ਵਰਡ ਆਫ ਦਾ ਈਅਰ ਕਿਸ ਨੂੰ ਚੁਣਿਆ ਹੈ? ਪ੍ਰੀਜ਼ਰਵੈਂਸ ਨੂੰ ਕੀ ਚੁਣਿਆ ਗਿਆ ਹੈ? ਵਰਡ ਆਫ ਦਾ ਈਅਰ ਕਿਸ ਨੇ ਚੁਣਿਆ ਹੈ? ਕੈਂਬਰਿਜ ਡਿਕਸ਼ਨਰੀ ਨੇ। ਮਰੀਅਮ ਵੈਬਸਟਰ ਡਿਕਸ਼ਨਰੀ ਨੇ ਕਿਸ ਸ਼ਬਦ ਨੂੰ ਵਰਡ ਆਫ ਦਾ ਈਅਰ ਚੁਣਿਆ ਹੈ? ਵੈਕਸੀਨ ਨੂੰ। ਵੈਕਸੀਨ ਸ਼ਬਦ ਵਰਡ ਆਫ ਦਾ ਈਅਰ ਚੁਣਿਆ ਗਿਆ ਹੈ ਮਰੀਅਮ ਵੈਬਸਟਰ ਡਿਕਸ਼ਨਰੀ ਦੁਆਰਾ 2021। ਆਕਸਫੋਰਡ ਨੇ ਕਿਸ ਸ਼ਬਦ ਨੂੰ ਆਕਸਫੋਰਡ ਹਿੰਦੀ ਵਰਡ ਆਫ ਦਾ ਈਅਰ ਦੇ ਰੂਪ ਵਿੱਚ ਚੁਣਿਆ ਹੈ? ਤਾਂ ਕਿਸ ਨੂੰ ਚੁਣਿਆ ਹੈ? ਆਤਮ ਨਿਰਭਰਤਾ ਨੂੰ। ਕੋਲਿੰਸ ਡਿਕਸ਼ਨਰੀ ਨੇ ਕਿਸ ਸ਼ਬਦ ਨੂੰ ਵਰਡ ਆਫ ਦਾ ਈਅਰ 2021 ਚੁਣਿਆ ਹੈ? NEFT ਨੂੰ। NEFT ਬਾਰੇ ਜਾਣ ਲੈਂਦੇ ਹਾਂ। NEFT ਹੁੰਦਾ ਹੈ ਨਾਨ ਫੰਜੇਬਲ ਟੋਕਨ। ਇਹ ਕ੍ਰਿਪਟੋ ਕਰੰਸੀ ਨਾਲ ਸੰਬੰਧਿਤ ਹੈ। dictionary.com ਨੇ ਕਿਸ ਸ਼ਬਦ ਨੂੰ 2021 ਵਿੱਚ ਵਰਡ ਆਫ ਦਾ ਈਅਰ ਚੁਣਿਆ ਹੈ? ਤਾਂ ਕਿਸ ਨੂੰ ਚੁਣਿਆ ਹੈ? ਅਲੋਏ ਸ਼ਿਪ ਨੂੰ।
ਅਲੋਇਸ਼ਿਪ ਨੂੰ ਕੀ ਚੁਣਿਆ ਹੈ? dictionary.com ਨੇ ਵਰਡ ਆਫ ਦਾ ਈਅਰ 2021 ਚੁਣਿਆ ਹੈ। ਅੱਗੇ ਵਧਦੇ ਹਾਂ ਕੁਐਸਚਨ ਨੰਬਰ 3। ਕਿਸ ਭਾਰਤੀ ਸੁਰੱਖਿਆ ਬਲ ਨੇ ਆਪਰੇਸ਼ਨ ਸਰਦ ਹਵਾ ਨੂੰ ਸ਼ੁਰੂ ਕੀਤਾ ਹੈ? ਤਾਂ ਕਿਸਨੇ ਸ਼ੁਰੂ ਕੀਤਾ ਹੈ? ਆਪਸ਼ਨ ਨੰਬਰ ਸੀ BSF ਇਸ ਦਾ ਰਾਈਟ ਆਂਸਰ ਹੈ। BSF ਨੇ ਆਪਰੇਸ਼ਨ ਸਰਦ ਹਵਾ ਨੂੰ ਸ਼ੁਰੂ ਕੀਤਾ ਹੈ। ਇਹਦੀ ਇੰਪੋਰਟੈਂਟ ਜਾਣਕਾਰੀ ਵੀ ਆਪਾਂ ਲੈ ਲੈਂਦੇ ਹਾਂ। ਬਾਰਡਰ ਸਿਕਿਉਰਿਟੀ ਫੋਰਸ BSF ਨੇ ਆਪਰੇਸ਼ਨ ਸਰਦ ਹਵਾ ਨੂੰ ਸ਼ੁਰੂ ਕੀਤਾ ਹੈ। ਇਸ ਆਪਰੇਸ਼ਨ ਦੇ ਨਾਲ ਭਾਰਤ ਨੇ ਪਾਕਿਸਤਾਨ ਬਾਰਡਰ ਤੇ ਨਿਗਰਾਨੀ ਨੂੰ ਵਧਾ ਦਿੱਤਾ ਹੈ। ਇਹ ਮੁੱਖ ਰੂਪ ਵਿੱਚ ਰਾਜਸਥਾਨ ਦੇ ਜੈਸਲਮੇਰ ਖੇਤਰ ਵਿੱਚ ਚੌਕਸ ਰਹਿੰਦੀ ਹੈ। ਆਪਰੇਸ਼ਨ ਸਰਦ ਹਵਾ ਸਰਦੀਆਂ ਦੇ ਦੌਰਾਨ ਅਤੇ ਆਪਰੇਸ਼ਨ ਗਰਮ ਹਵਾ ਗਰਮੀਆਂ ਵਿੱਚ ਸ਼ੁਰੂ ਕੀਤਾ ਜਾਂਦਾ ਹੈ। ਇਹ ਆਪਰੇਸ਼ਨ ਸੀਮਾਵਾਂ ਤੇ ਘੁਸਪੈਠੀਆਂ ਨੂੰ ਰੋਕਣ ਦੇ ਲਈ ਕੀਤਾ ਜਾਂਦਾ ਹੈ। ਤਾਂ ਜੋ ਆਪਰੇਸ਼ਨ ਸਰਦ ਹਵਾ ਹੈ ਉਹ ਸਰਦੀਆਂ ਵਿੱਚ ਕੀਤਾ ਜਾਂਦਾ ਹੈ, ਆਪਰੇਸ਼ਨ ਗਰਮ ਹਵਾ ਗਰਮੀਆਂ ਦੇ ਵਿੱਚ ਕੀਤਾ ਜਾਂਦਾ ਹੈ। ਕਿਸ ਦੇ ਦੁਆਰਾ? BSF ਦੁਆਰਾ। ਤਾਂ ਇਸ ਕੁਐਸਚਨ ਵਿੱਚ ਕੀ ਆਇਆ ਹੈ? BSF। ਤਾਂ BSF ਦੀ ਵੀ ਆਪਾਂ ਇੰਪੋਰਟੈਂਟ ਜਾਣਕਾਰੀ ਲੈ ਲੈਂਦੇ ਹਾਂ। BSF ਹੈ ਬਾਰਡਰ ਸਿਕਿਉਰਿਟੀ ਫੋਰਸ, ਸੀਮਾ ਸੁਰੱਖਿਆ ਬਲ। ਇਸ ਦੀ ਸਥਾਪਨਾ 1 ਦਸੰਬਰ 1965 ਵਿੱਚ ਹੋਈ। ਇਸ ਦਾ ਹੈੱਡ ਆਫਿਸ ਨਵੀਂ ਦਿੱਲੀ ਵਿੱਚ ਹੈ। ਇਸ ਦੇ ਮਹਾਨਿਦੇਸ਼ਕ ਪੰਕਜ ਕੁਮਾਰ ਸਿੰਘ ਹਨ। ਮੋਟੋ ਇਸ ਦਾ ਕੀ ਹੈ? ਜੀਵਨ ਪ੍ਰਿਅੰਤ ਕਰਤਵ। ਤਾਂ ਇਸ ਦਾ ਕੀ ਮੋਟੋ ਹੈ? ਜੀਵਨ ਪ੍ਰਿਅੰਤ ਕਰਤਵ। ਅੱਗੇ ਵਧਦੇ ਹਾਂ ਕੁਐਸਚਨ ਨੰਬਰ 4। ਜੈਨੇਸਿਸ ਪ੍ਰਾਈਜ਼ 2022 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈ? ਤਾਂ ਕਿਹੜੇ ਪ੍ਰਾਈਜ਼ ਨਾਲ? ਜੈਨੇਸਿਸ ਪ੍ਰਾਈਜ਼ 2022 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈ? ਤਾਂ ਆਪਸ਼ਨ ਨੰਬਰ D ਅਲਬਰਟ ਵਰੋਲਾ ਇਸ ਦਾ ਰਾਈਟ ਆਂਸਰ ਹੈ। ਇਸ ਦੇ ਇੰਪੋਰਟੈਂਟ ਪੁਆਇੰਟ ਵੀ ਆਪਾਂ ਜਾਣ ਲੈਣੇ ਹਨ। ਅਲਬਰਟ ਵਰੋਲਾ ਨੂੰ ਜੈਨੇਸਿਸ ਪ੍ਰਾਈਜ਼ 2021 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਫਾਈਜ਼ਰ ਫਾਰਮਾਸਿਊਟੀਕਲ ਕੰਪਨੀ ਦੇ ਅਧਿਅਕਸ਼ ਅਤੇ ਮੁੱਖ ਕਰਮਚਾਰੀ ਹਨ। ਜੈਨੇਸਿਸ ਪ੍ਰਾਈਜ਼ 2022 ਯਹੂਦੀ ਲੋਕਾਂ ਨੂੰ ਦਿੱਤਾ ਜਾਣ ਵਾਲਾ 1 ਮਿਲੀਅਨ ਦਾ ਸਾਲਾਨਾ ਪੁਰਸਕਾਰ ਹੈ, ਜਿਨ੍ਹਾਂ ਨੇ ਮਾਨਵਤਾ ਦੇ ਯੋਗਦਾਨ ਅਤੇ ਯਹੂਦੀਆਂ ਦੇ ਮੂਲ ਦੇ ਪ੍ਰਤੀ ਪ੍ਰਤੀਬੱਧਤਾ ਦੀ ਮਾਨਤਾ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ, ਉਹਨਾਂ ਨੂੰ ਇਹ ਪ੍ਰਾਈਜ਼ ਦਿੱਤਾ ਜਾਂਦਾ ਹੈ। ਤਾਂ ਜੈਨੇਸਿਸ ਪ੍ਰਾਈਜ਼ ਕਿਸ ਨੂੰ ਦਿੱਤਾ ਜਾਂਦਾ ਹੈ? ਯਹੂਦੀ ਲੋਕਾਂ ਨੂੰ ਦਿੱਤਾ ਜਾਂਦਾ ਹੈ ਔਰ ਇਹ ਯਹੂਦੀ ਲੋਕਾਂ ਨੂੰ ਦਿੱਤਾ ਜਾਣ ਵਾਲਾ $1 ਮਿਲੀਅਨ ਦਾ ਸਾਲਾਨਾ ਪੁਰਸਕਾਰ ਹੈ। ਤਾਂ ਇਸ ਕੁਐਸਚਨ ਵਿੱਚ ਆਪਾਂ ਕੀ ਜਾਣਿਆ? ਪੁਰਸਕਾਰ ਅਵਾਰਡ ਬਾਰੇ। ਤਾਂ ਜੋ ਟੌਪ ਦੇ 5 ਅਵਾਰਡ ਹਨ ਉਹਨਾਂ ਬਾਰੇ ਵੀ ਆਪਾਂ ਜਾਣ ਲੈਂਦੇ ਹਨ। ਭਾਰਤ ਰਤਨ ਡਾਕਟਰ ਅੰਬੇਡਕਰ ਅਵਾਰਡ 2021 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਹਰਸ਼ਾਲੀ ਮਲਹੋਤਰਾ ਨੂੰ। ਗੋਲਡਨ ਗਲੋਬ ਅਵਾਰਡ ਜਿੱਤਣ ਵਾਲੇ ਪਹਿਲੇ ਦੱਖਣੀ ਕੋਰੀਆਈ ਅਭਿਨੇਤਾ ਕੌਣ ਬਣੇ ਹਨ? ਓ ਯੁੰਗ ਸੂ। 79ਵੇਂ ਗੋਲਡਨ ਗਲੋਬ ਅਵਾਰਡ 2022 ਬੈਸਟ ਐਕਟਰ ਇਨ ਡਰਾਮਾ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈ? ਵਿਲ ਸਮਿਥ ਨੂੰ। ਵਰਲਡ CEO ਵਿਨਰ ਆਫ ਦਾ ਈਅਰ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈ? ਕਿਸ਼ੋਰ ਯੇਦਮ ਨੂੰ। ਰਾਮਨਾਥ ਗੋਯੰਕਾ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈ? ਜਸ਼ਨ ਏ ਲਤੀਫ ਨੂੰ। ਤਾਂ ਅੱਗੇ ਵਧਦੇ ਹਾਂ ਕੁਐਸਚਨ ਨੰਬਰ 5। ਕਿਸ ਦੇਸ਼ ਨੇ ਮਿਸਾਈਲ ਐਰੋ 3 ਦਾ ਸਫਲ ਪ੍ਰੀਖਣ ਕੀਤਾ ਹੈ? ਮਿਸਾਈਲ ਐਰੋ 3 ਦਾ ਸਫਲ ਪ੍ਰੀਖਣ ਕਿਸ ਦੇਸ਼ ਨੇ ਕੀਤਾ ਹੈ? ਤਾਂ ਕਿਸ ਨੇ ਕੀਤਾ ਹੈ? ਆਪਸ਼ਨ ਨੰਬਰ C ਇਜ਼ਰਾਈਲ ਇਸ ਦਾ ਰਾਈਟ ਆਂਸਰ ਹੈ। ਇਹਦੀ ਇੰਪੋਰਟੈਂਟ ਇਨਫੋਰਮੇਸ਼ਨ ਲੈ ਲੈਂਦੇ ਹਾਂ। ਇਜ਼ਰਾਈਲ ਨੇ ਮਿਸਾਈਲ ਐਰੋ 3 ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਇਜ਼ਰਾਈਲ ਐਰੋਸਪੇਸ ਇੰਡਸਟਰੀਜ਼ AIA ਨੇ ਕੀਤਾ ਹੈ। ਕਿਸ ਨੇ ਇਹ ਪ੍ਰੀਖਣ ਕੀਤਾ ਹੈ? ਇਜ਼ਰਾਈਲ ਐਰੋਸਪੇਸ ਇੰਡਸਟਰੀਜ਼ ਨੇ। ਇਸ ਨੂੰ ਧਰਤੀ ਦੇ ਵਾਯੂਮੰਡਲ ਦੇ ਬਾਹਰ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਜੋ ਮਿਸਾਈਲ ਐਰੋ 3 ਹੈ ਇਸ ਨੂੰ ਧਰਤੀ ਦੇ ਵਾਯੂਮੰਡਲ ਦੇ ਬਾਹਰ ਬੈਲਿਸਟਿਕ ਮਿਸਾਈਲਾਂ ਨੂੰ ਰੋਕਣ ਲਈ ਡਿਜ਼ਾਈਨ ਕੀਤਾ ਗਿਆ ਹੈ। ਤਾਂ ਇਸ ਕੁਐਸਚਨ ਵਿੱਚ ਕੀ ਆਇਆ ਹੈ? ਇਜ਼ਰਾਈਲ। ਤਾਂ ਇਜ਼ਰਾਈਲ ਦੀ ਵੀ ਇੰਪੋਰਟੈਂਟ ਇਨਫੋਰਮੇਸ਼ਨ ਆਪਾਂ ਲੈ ਲੈਂਦੇ ਹਾਂ। ਇਜ਼ਰਾਈਲ ਏਸ਼ੀਆ ਮਹਾਦੀਪ ਵਿੱਚ ਸਥਿਤ ਹੈ। ਕਿੱਥੇ ਸਥਿਤ ਹੈ? ਏਸ਼ੀਆ ਮਹਾਦੀਪ ਵਿੱਚ। ਇਜ਼ਰਾਈਲ ਦੀ ਰਾਜਧਾਨੀ ਯਰੂਸ਼ਲਮ ਹੈ। ਇਜ਼ਰਾਈਲ ਦੀ ਕਰੰਸੀ ਇਜ਼ਰਾਈਲੀ ਸ਼ੋਕੇਲ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਹਨ। ਇਜ਼ਰਾਈਲ ਦੇ ਰਾਸ਼ਟਰਪਤੀ ਇਸ਼ਕ ਹਰਜ਼ੋਗ ਹਨ। ਇਜ਼ਰਾਈਲ ਦੀ ਸੰਸਦ ਦਾ ਨਾਮ ਨੈਸੈਟ ਹੈ। ਇਜ਼ਰਾਈਲ ਦੀ ਸਭ ਤੋਂ ਲੰਬੀ ਨਦੀ ਜਾਰਡਨ ਨਦੀ ਹੈ। ਇਜ਼ਰਾਈਲ ਦੀ ਸਭ ਤੋਂ ਲੰਬੀ ਪਰਬਤ ਸ਼੍ਰृंखला ਦਾ ਨਾਮ ਮਾਊਂਟ ਹੇਰਮਾਨ ਹੈ। ਇਜ਼ਰਾਈਲ ਸਭ ਤੋਂ ਜ਼ਿਆਦਾ ਯਹੂਦੀ ਇਜ਼ਰਾਈਲ ਵਿੱਚ ਰਹਿੰਦੇ ਹਨ। ਤਾਂ ਸਭ ਤੋਂ ਜ਼ਿਆਦਾ ਯਹੂਦੀ ਕਿਸ ਦੇਸ਼ ਵਿੱਚ ਰਹਿੰਦੇ ਹਨ? ਇਜ਼ਰਾਈਲ ਵਿੱਚ। ਕੁਐਸਚਨ ਨੰਬਰ 6 ਸੈਂਟਰਨੇ ਡਾ ਲਾ ਫੁਐਂਟਿਆ ਗਾਰਸੀਆ ਦਾ 113 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕੀ ਸਨ? ਤਾਂ ਉਹ ਕੀ ਸਨ? ਉਹ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਸਨ। ਆਪਸ਼ਨ C ਇਸ ਦਾ ਰਾਈਟ ਆਂਸਰ ਹੈ। ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਸੈਂਟਰਨੇ ਡਾ ਲਾ ਫੁਐਂਟੇ ਗਾਰਸੀਆ। ਉਹਨਾਂ ਦਾ ਦੇਹਾਂਤ ਕਦੋਂ ਹੋਇਆ? 113 ਸਾਲ ਦੀ ਉਮਰ ਵਿੱਚ। ਇਹਦਾ ਇੰਪੋਰਟੈਂਟ ਇਨਫੋਰਮੇਸ਼ਨ ਵੀ ਆਪਾਂ ਜਾਣ ਲੈਂਦੇ ਹਾਂ। ਗਿਨੀਜ਼ ਵਰਲਡ ਰਿਕਾਰਡ ਨੇ ਦੱਸਿਆ ਹੈ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਸੈਂਟਰਨੋ ਡਾ ਲੇ ਫੁਨੇਤੀਆ ਗਾਰਸੀਆ ਦਾ 112 ਸਾਲ 341 ਦਿਨ ਦੀ
ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਤਾਂ ਇਸ ਕੁਐਸਚਨ ਵਿੱਚ ਆਪਾਂ ਕੀ ਜਾਣਿਆ ਦੇਹਾਂਤ ਬਾਰੇ। ਤਾਂ ਜੋ ਟੌਪ 5 ਲੋਕਾਂ ਦੇ ਦੇਹਾਂਤ ਹੋਇਆ ਉਹਨਾਂ ਬਾਰੇ ਵੀ ਆਪਾਂ ਜਾਣ ਲੈਣੇ ਹਨ। ਡਾਕਟਰ ਕਰਕਲਾ ਸੁਬਾ ਰਾਓ ਦਾ ਦੇਹਾਂਤ ਹੋ ਗਿਆ। ਉਹ ਕੀ ਸੀ? ਪ੍ਰਸਿੱਧ ਰੇਡੀਓਲੋਜਿਸਟ। ਡਾਕਟਰ ਕਰਕਲਾ ਸੁਬਾ ਰਾਓ ਕੀ ਸੀ? ਪ੍ਰਸਿੱਧ ਰੇਡੀਓਲੋਜਿਸਟ ਸੀ। ਅਹਿਮਦ ਹੁਸੈਨ ਦਾ ਦੇਹਾਂਤ ਹੋ ਗਿਆ। ਉਹ ਕੀ ਸੀ? पूर्व फुटबॉलर। अहमद हुसैन की सी एक पूर्व फुटबॉलर सी। जी कृष्णमूर्ति का देहांत हो गया। वो की सी एक पूर्व चुनाव आयुक्त सी। रणजीत सिन्हा का देहांत हो गया। वो की सी? CBI के प्रमुख। CBI के प्रमुख कौन सी? रणजीत सिन्हा, जिन्हों का देहांत हो गया है। नैक्सट क्वेश्चन इज क्वेश्चन नंबर 7। कारगिल युद्ध के नायक कप्तान विक्रम बत्रा की मूर्ति को स्थापित भारतीय सेना द्वारा कित्थे किया गया है? तो कित्थे मूर्ति को स्थापित किया गया है भारतीय सेना द्वारा? ऑप्शन नंबर ए पालमपुर हिमाचल प्रदेश इसका राइट आंसर है। ऑप्शन नंबर ए पालमपुर हिमाचल प्रदेश। तो यदि इंपॉर्टेंट जानकारी भी आप लै लैंदे आ। हिमाचल प्रदेश के पालमपुर विच कारगिल युद्ध के नायक कप्तान विक्रम बत्रा की मूर्ति को स्थापित किया गया है। सेना के अधिकारियों ने सूचना दी है कि कप्तान विक्रम बत्रा के शहर गुरुनगर दे विच उन्हां दी मूर्ति की स्थापना करन नाल उत्थों दीआं आउण वालीआं पीढ़ियां नूं प्रेरणा मिलेगी। नैक्सट क्वेश्चन इज क्वेश्चन नंबर 8। भारतीय किसान उपजाऊ सहकारी दे नवे अध्यक्ष कौन बने हैं? IFFCO इफको के नवे अध्यक्ष कौन बने हैं? तो क्वेश्चन नंबर 8 का आंसर है ऑप्शन सी दिलीप संघानी इस द राइट आंसर है। इसकी इंपॉर्टेंट इन्फॉर्मेशन भी आप लै लैने हाँ। दिलीप संघानी किसान उपजाऊ सहकारी इफको के नवे अध्यक्ष बने हैं। वो बलवीर सिंह निकई की स्थान लैणगे। दिलीप संघानी किस दा स्थान लैणगे? बलवीर सिंह निकई का, जो कि इफको के पुराने अध्यक्ष हैं। तो इफको इस क्वेश्चन विच की आया है? इफको बारे भी आप जान लैने हाँ। इफको दा फुल फॉर्म है इंडियन फार्मर फर्टिलाइजर कोऑपरेटिव्स। इसका हैड ऑफिस कित्थे है? नवी दिल्ली विच। इफको दा हैड ऑफिस कित्थे है? नवी दिल्ली विच। इसकी स्थापना 3 नवंबर 1967 विच हुई। इसके अध्यक्ष जो है दिलीप संघानी हैं, जो कि नवे अध्यक्ष बने हैं। तो इस क्वेश्चन विच आपां की जानिया अध्यक्ष बारे। तो जो टॉप 5 अध्यक्ष बने हैं उन्हां दा नाम भी आपां जान लैने हैं। वित्त उद्योग विकास परिषद FIDC के नवे अध्यक्ष को चेयरमैन कौन बने हैं? कमलेश गांधी। नैशनल एसेंट रिकंस्ट्रक्शन कंपनी के नवे अध्यक्ष कौन बने हैं? प्रदीप शाह। नैशनल एसेंट रिकंस्ट्रक्शन कंपनी के नवे अध्यक्ष बने हैं प्रदीप शाह। डिजनी के 98 सालों के इतिहास में डिजनी बोर्ड की पहली महिला अध्यक्ष कौन बनी है? सुजैन आर्नोल्ड डिजनी की पहली महिला अध्यक्ष बनी है। इंडिया यामा मोटर प्राइवेट लिमिटेड के नवे अध्यक्ष कौन बने हैं? एशिन चिहाना इसके नवे अध्यक्ष बने हैं। फेडरेशन ऑफ इंडियन चैंबर ऑफ कॉमर्स एंड इंडस्ट्रीज FICCI के नवे अध्यक्ष कौन बने हैं? संजीव मेहता। नेक्स्ट क्वेश्चन इज क्वेश्चन नंबर 9। हिंदुस्तान एरोनॉटिक्स लिमिटेड HAL ने उन्नत हैलीकॉप्टर ALH नूं ALH MK3 दे निर्यात दे लई किस देश नाल समझौता कीता है? तो किस देश नाल समझौता कीता है? ऑप्शन नंबर ए मॉरिशस इसका राइट आंसर है। ऑप्शन नंबर ए मॉरिशस। यदि जो इंपॉर्टेंट जानकारी है वो भी आप लै लैने हाँ। हिंदुस्तान एरोनॉटिक्स लिमिटेड ने दीप राष्ट्र दी पुलिस बल दे लई एक उन्नत हैलीकॉप्टर ALH MK3 दे निर्यात दे लई मॉरिशस देश की सरकार नाल समझौता कीता है। किसों दी देश की सरकार नाल? मॉरिशस देश की सरकार नाल। इस हैलीकॉप्टर का इस्तेमाल मॉरिशस की पुलिस करेगी। तो इस हैलीकॉप्टर का इस्तेमाल कौन करेगी? मॉरिशस की पुलिस। हुण इस क्वेश्चन विच की आया है? HAL हिंदुस्तान एरोनॉटिकल लिमिटेड। इसकी आप इंपॉर्टेंट जानकारी भी लै लैने। इसकी स्थापना 23 दिसंबर 1940 में हुई। इसका हेड ऑफिस कर्नाटक के शहर बेंगलुरु में है। इसके चेयरमैन सन R माधवन इसके चेयरमैन हैं। नैक्सट एंड फाइनल क्वेश्चन इज क्वेश्चन नंबर 10। भारत की पहली डिजिटल न्याय घड़ी डिजिटल जस्टिस क्लॉक किस राज्य की हाईकोर्ट में लगी है? तो किस राज्य की हाईकोर्ट में लगी है? ऑप्शन नंबर डी गुजरात इसका राइट आंसर है। यदि इंपॉर्टेंट जानकारी भी आप लै लैने हैं। गुजरात हाईकोर्ट जस्टिस वॉच वाला पहला देश का हाईकोर्ट बन गया है। पहला
ਰਾਜ ਬਣ ਗਿਆ ਹੈ ਜਿਸ ਵਿੱਚ ਕਿ ਜਸਟਿਸ ਵਾਚ ਇੰਸਟਾਲ ਕੀਤੀ ਗਈ ਹੈ। ਉੱਥੇ ਅਦਾਲਤ ਪਰਿਸਰ ਦੇ ਅੰਦਰ ਇੱਕ ਬਾਹਰੀ ਡਿਸਪਲੇ LED ਦੀਵਾਰ ਹੋਵੇਗੀ ਜੋ ਕਿ ਮਾਮਲਿਆਂ ਦੇ ਨਿਪਟਾਰੇ ਅਤੇ ਦੇਰੀ ਆਦਿ ਨੂੰ ਦਿਖਾਉਂਦੀ ਹੈ। ਤਾਂ ਇਸ ਵਿੱਚ ਆਪਾਂ ਕੀ ਜਾਣਾ ਹੈ, ਪਹਿਲਾ ਰਾਜ ਜਸਟਿਸ ਵਾਚ ਵਾਲਾ ਪਹਿਲਾ ਰਾਜ ਕਿਹੜਾ ਬਣ ਗਿਆ ਹੈ, ਗੁਜਰਾਤ। ਤਾਂ ਜੋ ਟੌਪ ਦੇ ਪਹਿਲੇ ਰਾਜ ਬਣੇ ਹਨ ਉਹਨਾਂ ਬਾਰੇ ਵੀ ਆਪਾਂ ਜਾਣ ਲੈਂਦੇ ਹਾਂ ਜੋ ਪੰਜ ਰਾਜ ਬਣੇ ਹਨ। ਭਾਰਤ ਦਾ ਪਹਿਲਾ ਉੱਚ ਅਦਾਲਤ ਹਾਈ ਕੋਰਟ ਕਿਹੜਾ ਬਣ ਗਿਆ ਹੈ ਜਿਸ ਵਿੱਚ ਅਦਾਲਤੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਹੁੰਦੀ ਹੈ। ਤਾਂ ਲਾਈਵ ਸਟ੍ਰੀਮਿੰਗ ਕਿੱਥੇ ਹੁੰਦੀ ਹੈ, ਗੁਜਰਾਤ ਦੀ ਅਦਾਲਤ ਹਾਈ ਕੋਰਟ ਵਿੱਚ ਲਾਈਵ ਸਟ੍ਰੀਮਿੰਗ ਹੁੰਦੀ ਹੈ। ਇਹ ਦੇਸ਼ ਦਾ ਪਹਿਲਾ ਹਾਈ ਕੋਰਟ ਬਣ ਗਿਆ ਹੈ ਜਿੱਥੇ ਕਿ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਹੁੰਦੀ ਹੈ। BRO ਦੀ ਪਹਿਲੀ ਕਮਾਂਡਿੰਗ ਅਧਿਕਾਰੀ ਕੌਣ ਬਣੀ ਹੈ, ਵੈਸ਼ਾਲੀ ਹਿਵਾਸੇ। ਭਾਰਤ ਦਾ ਪਹਿਲਾ ਰੈਬੀਜ਼ ਮੁਕਤ ਹੋਣ ਵਾਲਾ ਰਾਜ ਕਿਹੜਾ ਬਣ ਗਿਆ ਹੈ, ਗੋਆ। ਜੂਨੀਅਰ ਅਮਰੀਕੀ ਓਪਨ ਸਕੁਆਸ਼ ਟੂਰਨਾਮੈਂਟ 2022 ਦੇ ਅੰਡਰ 15 ਲੜਕੀਆਂ ਦੇ ਵਰਗ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਕੌਣ ਬਣੀ ਹੈ, ਅਨਾਹਤ ਸਿੰਘ। 2022 ਵਿੱਚ ਨੌਸੈਨਾ ਵਿੱਚ ਭਾਰਤ ਦਾ ਪਹਿਲਾ ਸਵਦੇਸ਼ੀ ਵਿਮਾਨ ਵਾਹਕ ਪੋਤ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਦਾ ਕੀ ਨਾਮ ਹੈ, INS ਵਿਕਰਾਂਤ। ਹੁਣ ਇਸ ਕੁਐਸਚਨ ਵਿੱਚ ਕੀ ਆਇਆ ਹੈ, ਗੁਜਰਾਤ। ਤਾਂ ਗੁਜਰਾਤ ਸਟੇਟ ਬਾਰੇ ਵੀ ਆਪਾਂ ਇੰਪੋਰਟੈਂਟ ਜਾਣਕਾਰੀ ਲੈ ਲੈਂਦੇ ਹਾਂ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ। ਮੁੱਖ ਮੰਤਰੀ ਭੁਪਿੰਦਰ ਪਟੇਲ ਹਨ। ਗੁਜਰਾਤ ਦੇ ਗਵਰਨਰ ਆਚਾਰਿਆ ਦੇਵਵਰਤ ਹਨ। ਗੁਜਰਾਤ ਦੇ ਮੁੱਖ ਜੱਜ ਅਰਵਿੰਦ ਕੁਮਾਰ ਹਨ। ਗੁਜਰਾਤ ਦੀ ਸਮੁੰਦਰੀ ਤਟ ਰੇਖਾ ਸਭ ਤੋਂ ਲੰਬੀ ਹੈ, ਕਿੰਨੀ ਲੰਬੀ ਹੈ, 1600 ਕਿਲੋਮੀਟਰ। ਗੁਜਰਾਤ ਦੇ ਨੈਸ਼ਨਲ ਪਾਰਕਾਂ ਦੇ ਨਾਮ ਹਨ ਗਿਰ ਫੋਰੈਸਟ ਨੈਸ਼ਨਲ ਪਾਰਕ, ਬਲੈਕ ਬਾਲ ਨੈਸ਼ਨਲ ਪਾਰਕ, ਵਨਸਦਾ ਨੈਸ਼ਨਲ ਪਾਰਕ, ਗਲਫ ਕੱਚ ਮਰੀਨ ਨੈਸ਼ਨਲ ਪਾਰਕ। ਇਹ ਇਸ ਦੇ 4 ਪ੍ਰਮੁੱਖ ਨੈਸ਼ਨਲ ਪਾਰਕ ਹਨ। ਕਰਕ ਰੇਖਾ ਭਾਰਤ ਦੇ ਗੁਜਰਾਤ ਰਾਜ ਵਿੱਚੋਂ ਹੋ ਕੇ ਗੁਜ਼ਰਦੀ ਹੈ। ਕਰਕ ਰੇਖਾ ਭਾਰਤ ਦੇ ਗੁਜਰਾਤ ਰਾਜ ਵਿੱਚੋਂ ਹੋ ਕੇ ਗੁਜ਼ਰਦੀ ਹੈ। ਭਾਰਤ ਦੇ 8 ਰਾਜਾਂ ਵਿੱਚੋਂ ਹੋ ਕੇ ਗੁਜ਼ਰਦੀ ਹੈ। ਉਹਨਾਂ ਦੇ ਨਾਮ ਕੀ ਹਨ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਤ੍ਰਿਪੁਰਾ ਤੇ ਮਿਜ਼ੋਰਮ। ਇਹ 8 ਰਾਜ ਹਨ ਜਿਨ੍ਹਾਂ ਵਿੱਚੋਂ ਕੀ ਕਰਕ ਰੇਖਾ ਹੋ ਕੇ ਗੁਜ਼ਰਦੀ ਹੈ। ਗੁਜਰਾਤ ਦਾ ਇੱਕ ਗੁਆਂਢੀ ਦੇਸ਼ ਕਿਹੜਾ ਹੈ, ਪਾਕਿਸਤਾਨ। ਗੁਜਰਾਤ ਦੇ ਗੁਆਂਢੀ ਰਾਜ ਕਿਹੜੇ ਹਨ, ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ। ਇਹ ਕੀ ਹਨ, ਇਸ ਦੇ ਗੁਆਂਢੀ ਰਾਜ। ਗੁਜਰਾਤ ਦੇ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਹਨ, 26। ਗੁਜਰਾਤ ਦੀ ਰਾਜ ਸਭਾ ਦੀਆਂ ਸੀਟਾਂ ਕਿੰਨੀਆਂ ਹਨ, 11। ਤੇ ਗੁਜਰਾਤ ਦੀ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਹਨ, 182। ਲੋਕ ਸਭਾ ਦੀਆਂ ਸੀਟਾਂ 26, ਰਾਜ ਸਭਾ ਦੀਆਂ ਸੀਟਾਂ 11 ਤੇ ਵਿਧਾਨ ਸਭਾ ਦੀਆਂ ਸੀਟਾਂ 182। ਗੁਜਰਾਤ ਦੇ ਲੋਕ ਨਾਚ ਹਨ ਡਾਂਡੀਆ, ਭਵਈ, ਤਿਪਟੀ, ਪੱਧਰ ਤੇ ਗਰਬਾ। ਇਹ ਇਸ ਦੇ ਲੋਕ ਨਾਚ ਹਨ। ਭਾਰਤ ਦੀ ਪਹਿਲੀ ਲੀਥੀਅਮ ਰਿਫਾਈਨਰੀ ਗੁਜਰਾਤ ਵਿੱਚ ਸਥਾਪਿਤ ਕੀਤੀ ਗਈ ਹੈ। ਜੋ ਭਾਰਤ ਦੀ ਪਹਿਲੀ ਲੀਥੀਅਮ ਰਿਫਾਈਨਰੀ ਹੈ ਕਿੱਥੇ ਸਥਾਪਿਤ ਕੀਤੀ ਗਈ ਹੈ, ਗੁਜਰਾਤ ਵਿੱਚ। ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਨੂੰ ਕਿੱਥੇ ਸਥਾਪਿਤ ਕੀਤਾ ਗਿਆ ਹੈ, ਗੁਜਰਾਤ ਦੇ ਕੇਵੜੀਆ ਵਿੱਚ। ਗੁਜਰਾਤ ਦੇ ਕੇਵੜੀਆ ਵਿੱਚ ਸਥਾਪਿਤ ਕੀਤਾ ਗਿਆ ਹੈ। ਤਾਂ ਇਸ ਦੇ ਨਾਲ ਹੀ ਅੱਜ ਦੇ 10 ਮੋਸਟ ਇੰਪੋਰਟੈਂਟ ਕੁਐਸਚਨ ਜੋ ਹੈ ਕਰੰਟ ਅਫੇਅਰ ਦੇ ਕੁਐਸਚਨ ਉਹ ਖਤਮ ਹੁੰਦੇ ਹਨ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਔਰ ਨੋਟੀਫਿਕੇਸ਼ਨ ਬੈਲ ਨੂੰ ਔਨ ਕਰਨਾ ਤਾਂ ਕਿ ਇਸ ਤਰ੍ਹਾਂ ਦੀ ਡੇਲੀ ਕਰੰਟ ਅਫੇਅਰ ਦੀ ਵੀਡੀਓ ਤੁਹਾਡੇ ਕੋਲੇ ਹਰ ਰੋਜ਼ ਆਉਂਦੀ ਰਹੇ, ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਇਸ ਕਰਕੇ ਸਬਸਕ੍ਰਾਈਬ ਕਰਨਾ ਔਰ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਔਨ ਕਰਨਾ। ਥੈਂਕ ਯੂ ਵੈਰੀ ਮਚ।